ਹੈਲੋ एवरीवन ਨੈਕਸਟ ਆਪਣਾ ਟੌਪਿਕ ਹੈ ਨਿਊ ਰੋਲ ਆਫ ਪਬਲਿਕ ਸੈਕਟਰ। ਹੁਣ ਗਵਰਨਮੈਂਟ ਨੇ ਜਿਹੜੀਆਂ ਅਨਾਉਂਸ ਕੀਤੀਆਂ ਸੀ ਪਾਲਿਸੀਜ਼ 1991 ਦੇ ਵਿੱਚ, ਉੱਥੇ 4 ਮੇਜਰ ਰਿਫਾਰਮਸ ਇਨ ਪਬਲਿਕ ਸੈਕਟਰ ਰਿਫਾਰਮ ਮਤਲਬ ਹੁੰਦਾ ਚੇਂਜਸ। ਕੀ ਚੇਂਜਸ ਆਈ ਸੀ? ਰੀਸਟਰਕਚਰ ਐਂਡ ਰਿਵਾਈਵਲ ਆਫ ਪੋਟੈਂਸ਼ੀਅਲੀ ਵਾਇਬਲ ਪਬਲਿਕ ਸੈਕਟਰ ਯੂਨਿਟਸ। ਕਿ ਮਤਲਬ ਇੱਕ ਅੱਛੇ ਤਰੀਕੇ ਨਾਲ ਰੀਸਟਰਕਚਰ ਕਰਨਾ ਤੇ ਦੁਬਾਰਾ ਸਟਾਰਟ ਕਰਨਾ ਪਬਲਿਕ ਸੈਕਟਰ ਯੂਨਿਟਸ ਨੂੰ। ਕਲੋਜ਼ ਡਾਊਨ PSUs which cannot be revived, ਪਬਲਿਕ ਸੈਕਟਰ ਯੂਨਿਟਸ ਨੂੰ ਉਹਨਾਂ ਨੂੰ ਕਲੋਜ਼ ਕਰਤਾ ਜੋ ਚੱਲ ਨਹੀਂ ਪਾ ਰਹੀਆਂ। bring down government equity in non-strategic PSUs to 26% or lower if possible। ਕਿ ਗਵਰਨਮੈਂਟ ਦੀ ਇਕੁਇਟੀ ਪੈਸਾ ਘੱਟ ਕਰੋ, 26% ਤੋਂ ਵੀ ਘੱਟ ਕਰੋ ਇਹਨਾਂ ਯੂਨਿਟਸ ਦੇ ਵਿੱਚ। ਫੁੱਲੀ ਪ੍ਰੋਟੈਕਟ ਦਾ ਇੰਟਰਸਟ ਆਫ ਵਰਕਰਸ, ਜੋ ਇਹਨਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਇੰਟਰਸਟ ਨੂੰ ਫੁੱਲੀ ਕੀ ਕਰਨਾ, ਤੁਸੀਂ ਪ੍ਰੋਟੈਕਟ ਕਰਨਾ ਹੈ। ਠੀਕ ਹੈ, ਇਹਦੇ ਅਬਵ ਗੋਲ ਦੇ ਵਿੱਚ ਕਿਹੜੇ ਕਿਹੜੇ ਸਟੈਪਸ ਇਹਨਾਂ ਨੇ ਟੇਕਨ ਕੀਤੇ? ਰਿਡਕਸ਼ਨ ਇਨ ਨੰਬਰ ਆਫ ਯੂਨਿਟਸ ਅੰਡਰ ਪਬਲਿਕ ਸੈਕਟਰ। ਪਹਿਲਾਂ ਕੀ ਹੁੰਦਾ ਸੀ, ਬਹੁਤ ਸਾਰੀਆਂ ਇੰਡਸਟਰੀਜ਼ ਜਿਹੜੀਆਂ ਹੁੰਦੀਆਂ ਸੀ ਪਬਲਿਕ ਸੈਕਟਰ ਦੇ ਅੰਡਰ ਹੁੰਦੀਆਂ ਸੀ। 17 to 8 ਇੰਡਸਟਰੀਜ਼ ਮਤਲਬ ਪਬਲਿਕ ਸੈਕਟਰ ਹੀ ਉਹਨੂੰ ਗਵਰਨ ਕਰ ਰਹੀ ਸੀ। ਤਾਂ ਹੁਣ ਆਪਣੀ ਪਬਲਿਕ ਸੈਕਟਰ ਦੇ ਵਿੱਚ ਸਿਰਫ 3 ਜਿਹੜੀਆਂ ਹੈ ਗਵਰਨਮੈਂਟ ਦੇ ਅੰਡਰ ਆਉਂਦੀਆਂ ਨੇ: ਐਟੋਮਿਕ ਐਨਰਜੀ, ਆਰਮਸ ਜਿਵੇਂ ਆਪਣਾ ਡਿਫੈਂਸ ਕਹਿ ਲਓ, ਰੇਲ ਟਰਾਂਸਪੋਰਟ, ਜਿੰਨੀਆਂ ਵੀ ਰੇਲਵੇ ਦਾ ਕੰਮ ਹੁੰਦਾ ਉਹ ਸਾਰਾ ਕੀ ਹੁੰਦਾ ਪਬਲਿਕ ਸੈਕਟਰ ਲੈ ਸਕਦਾ ਹੈ। ਪਬਲਿਕ ਇਹਨਾਂ 3 ਸੈਕਟਰਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਕਿਸੇ ਵੀ ਮਤਲਬ ਇਹਨਾਂ 3 ਵਿੱਚ ਐਂਟਰ ਨਹੀਂ ਕਰ ਸਕਦਾ। ਪ੍ਰਾਈਵੇਟ ਸੈਕਟਰ ਹੋਰ ਕੁਝ ਵੀ ਕੰਪਨੀ ਚਲਾ ਸਕਦਾ ਹੈ। ਇਹ ਚੀਜ਼ ਗਵਰਨਮੈਂਟ ਨੇ ਕਿਉਂ ਕੀਤੀ? ਕਿਉਂਕਿ ਕੰਪੀਟੀਸ਼ਨ ਬਣਿਆ ਰਹਿੰਦਾ ਪਬਲਿਕ ਸੈਕਟਰ ਤੇ ਪ੍ਰਾਈਵੇਟ ਸੈਕਟਰ ਨਾਲ, ਤਾਂ ਪਬਲਿਕ ਸੈਕਟਰ ਨੂੰ ਇਨ ਪਰਫਾਰਮੈਂਸ ਆਪਣੀ ਇੰਪਰੂਵ ਕਰਨ ਲਈ ਇੱਕ ਅੱਛੀ ਅਪੋਰਚੁਨਿਟੀ ਮਿਲ ਜਾਂਦੀ ਹੈ। ਨੈਕਸਟ ਹੈ ਡਿਸਇਨਵੈਸਟਮੈਂਟ ਆਫ ਸ਼ੇਅਰਸ ਆਫ ਅ ਸਿਲੈਕਟ ਆਫ ਅ ਪਬਲਿਕ ਸੈਕਟਰ ਐਂਟਰਪ੍ਰਾਈਜ਼। ਡਿਸਇਨਵੈਸਟਮੈਂਟ ਰੈਫਰਸ ਟੂ ਦ ਸੇਲਸ ਆਫ ਸ਼ੇਅਰ ਆਫ ਪਬਲਿਕ ਸੈਕਟਰ ਯੂਨਿਟ। ਡਿਸਇਨਵੈਸਟਮੈਂਟ ਕੀ ਹੁੰਦੀ ਹੈ ਕਿ ਜੋ ਆਪਾਂ ਨੇ ਚੀਜ਼ ਦੇ ਵਿੱਚ ਇਨਵੈਸਟਮੈਂਟ ਕੀਤੀ ਹੁੰਦੀ ਹੈ ਉੱਥੋਂ ਡਿਸਇਨਵੈਸਟਮੈਂਟ ਕਰ ਦੇਣੀ, ਉੱਥੋਂ ਆਪਣਾ ਸ਼ੇਅਰ ਕੱਢ ਲੈਣਾ। ਤਾਂ ਗਵਰਨਮੈਂਟ ਕੀ ਕਰਦੀ ਹੈ, ਆਪਣੇ ਜਿੰਨੇ ਵੀ ਇਹਨਾਂ ਦੇ ਸ਼ੇਅਰਸ ਹੁੰਦੇ ਨੇ ਪਬਲਿਕ ਸੈਕਟਰ ਦੇ ਅੰਡਰ, ਤਾਂ ਉਹ ਸਾਰੇ ਪ੍ਰਾਈਵੇਟ ਸੈਕਟਰ ਨੂੰ ਵੇਚ ਦਿੰਦੀ ਹੈ। ਤਾਂ ਦੈਟ ਇਜ਼ ਨੋਨ ਐਜ਼ ਡਿਸਇਨਵੈਸਟਮੈਂਟ। ਠੀਕ, ਦ ਗਵਰਨਮੈਂਟ ਟਰਾਈ ਟੂ ਰਿਡਿਊਸ ਇਟਸ ਹੋਲਡਿੰਗ ਇਨ PSUs ਐਂਡ ਇਨਕਰੇਜ ਦ ਪਾਰਟਿਸਿਪੈਂਟਸ ਆਫ ਪ੍ਰਾਈਵੇਟ ਸੈਕਟਰ ਇਨ ਦੀਜ਼ ਯੂਨਿਟਸ। ਤਾਂ ਗਵਰਨਮੈਂਟ ਕੀ ਕਰਦੀ ਹੈ, ਆਪਣਾ ਜਿਹੜਾ ਹੋਲਡ ਹੁੰਦਾ ਇਹਨਾਂ ਯੂਨਿਟਸ ਦੇ ਉੱਤੇ ਉਹ ਮਤਲਬ ਰਿਮੂਵ ਕਰਦੀ ਹੈ ਕਿ ਤਾਂ ਕਿ ਪ੍ਰਾਈਵੇਟ ਸੈਕਟਰ ਦੀ ਪਾਰਟਿਸਿਪੇਸ਼ਨ ਕੀ ਹੋ ਸਕੇ, ਇਨਕਰੀਜ਼ ਹੋ ਸਕੇ। ਇਟ ਵਾਜ਼ expected that this will improve the managerial efficiency of PSUs। the primary objectives of privatizations are, ਇਹ ਪ੍ਰੋਸੈਸ ਨੂੰ ਆਪਾਂ ਪ੍ਰਾਈਵੇਟਾਈਜੇਸ਼ਨ ਬੋਲਦੇ ਹਾਂ। when government sell their shares to the private sector, this process is known as privatization। ठीक है, this investment leads to privatization। why we done privatization? because to increase our managerial efficiency। ਕਿ ਆਪਾਂ ਨੇ ਕਿਉਂ ਆਪਣੀ ਮੈਨੇਜਰੀਅਲ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨਾ ਹੁੰਦਾ? ਕਿਉਂਕਿ ਗਵਰਨਮੈਂਟ ਦੇ ਇੰਪਲੋਈਜ਼ ਇੰਨੇ ਅੱਛੇ ਤਰੀਕੇ ਨਾਲ ਨਹੀਂ ਕੰਮ ਕਰਦੇ, ਇੰਨੇ ਐਡੂਕੇਟਿਡ ਨਹੀਂ ਹੁੰਦੇ ਜਿੰਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਪਲੋਈਜ਼ ਵਰਕ ਕਰਦੇ ਆ। ਠੀਕ ਹੈ, ਹੁਣ ਜਿਹੜੇ ਪ੍ਰਾਇਮਰੀ ਕੀ ਓਬਜੈਕਟਿਵਸ ਹੈ ਪ੍ਰਾਈਵੇਟਾਈਜੇਸ਼ਨ ਦੇ? ਰਿਲੀਜ਼ਿੰਗ ਦ ਲਾਰਜ ਅਮਾਊਂਟਸ ਆਫ ਪਬਲਿਕ ਫੰਡਸ ਲੌਕਡ ਅਪ ਇਨ PSUs ਐਂਡ ਯੂਜ਼ them for social priority sectors such as education, healthcare center। ਹੁਣ ਜਿਹੜੇ ਲਾਰਜ ਅਮਾਊਂਟਸ ਆਪਾਂ ਨੇ ਪਬਲਿਕ ਫੰਡਸ ਇਹਦੇ ਵਿੱਚ ਲੌਕ ਹੋਇਆ ਹੁੰਦਾ PSUs ਦੇ ਵਿੱਚ, ਉਹਨੂੰ ਇੱਕ ਸੋਸਾਇਟੀ ਲਈ ਯੂਜ਼ ਕਰਨਾ ਕਿ ਆਪਾਂ ਐਜੂਕੇਸ਼ਨ ਨੂੰ ਇਨਕਰੀਜ਼ ਕਰੀਏ, ਹੈਲਥ ਸੈਂਟਰ ਨੂੰ ਇਨਕਰੀਜ਼ ਕਰੀਏ ਐਕਸੈਟਰਾ। ਰਿਡਿਊਸਿੰਗ ਡੈਟ ਐਂਡ ਇੰਟਰਸਟ ਬਰਡਨ। ਹੁਣ ਆਪਣਾ ਪੈਸਾ ਜਿਹੜਾ ਆਪਣਾ ਕਰਜ਼ਾ ਚੜਿਆ ਹੁੰਦਾ ਉਹਨੂੰ ਰਿਮੂਵ ਕਰਨਾ, ਅਤੇ ਆਪਾਂ ਨੂੰ ਜਿੰਨਾ ਇੰਟਰਸਟ ਪੈ ਰਿਹਾ ਹੁੰਦਾ ਉਸ ਨੂੰ ਰਿਮੂਵ ਕਰਨਾ। ਠੀਕ ਹੈ, ਟ੍ਰਾਂਸਫਰਿੰਗ ਦ ਕਮਰਸ਼ੀਅਲ ਰਿਸਕ ਟੂ ਪ੍ਰਾਈਵੇਟ ਸੈਕਟਰ। ਹੁਣ ਕਮਰਸ਼ੀਅਲ ਰਿਸਕ ਮਤਲਬ ਇਹ ਆਪਣੀ ਸਾਰੀ ਹੋਲ ਕਮਿਊਨਿਟੀ ਦਾ ਰਿਸਕ ਹੋਏਗਾ, ਤਾਂ ਇਸ ਨਾਲ ਰਿਸਕ ਆਪਾਂ ਟ੍ਰਾਂਸਫਰ ਕਰ ਦਿੰਦੇ ਹਾਂ ਪ੍ਰਾਈਵੇਟ ਸੈਕਟਰਸ ਨੂੰ। ਗਵਰਨਮੈਂਟ ਕੰਟਰੋਲ ਰਿਡਿਊਸ ਹੋ ਜਾਂਦਾ ਹੈ। ਡਿਸਕਰੇਜਿੰਗ ਗਵਰਨਮੈਂਟ ਮੋਨੋਪਲੀ, ਫॉर ਐਗਜ਼ਾਮਪਲ ਟੈਲੀਕਾਮ ਸੈਕਟਰ। ਹੁਣ ਆਪਣੇ ਟੈਲੀਕਾਮ ਸੈਕਟਰ ਦੇ ਵਿੱਚ ਹੁਣ ਆਪਣੇ ਪ੍ਰਾਈਵੇਟ ਸੈਕਟਰ ਵੀ ਮਤਲਬ ਕਰ ਸਕਦੇ ਹੋ। ਜੀਓ ਕੀ ਹੈ, ਪ੍ਰਾਈਵੇਟ ਹੀ ਹੈ, ਅਤੇ ਗਵਰਨਮੈਂਟ ਦੀ ਮੋਨੋਪਲੀ ਇਹਦੇ ਵਿੱਚ ਘੱਟ ਜਾਂਦੀ ਹੈ ਕਿਉਂਕਿ ਪ੍ਰਾਈਵੇਟ ਸੈਕਟਰ ਦਾ ਵੀ ਹੋਲਡ ਇਹਦੇ ਵਿੱਚ ਆ ਜਾਂਦਾ ਹੈ। Policy regarding SIC units to be the same as for private sector। All loss making public sector units were referred to Board of Industrial and Financial Reconstruction BIFR। All loss making public sector units were referred to, ਜਿੰਨਾ ਵੀ loss public sector ਨੂੰ ਆਉਂਦਾ ਹੈ ਉਸ ਨੂੰ ਸਾਰਾ ਰੈਫਰ ਕਿਸ ਨੂੰ ਕਰਦੇ ਹਾਂ ਆਪਾਂ? Board of Industrial and Financial Reconstruction to decide whether a SIC unit is to be closed down or to be restructured। ਵੀ ਇਹ ਜੋ ਖਰਾਬ ਹੋ ਗਈ ਯੂਨਿਟ ਸਾਡੀ, ਇਸ ਨੂੰ ਬੰਦ ਹੀ ਕਰਨਾ ਹੈ ਜਾਂ ਦੁਬਾਰਾ ਇਸ ਨੂੰ ਰੀਨਿਊ ਕਰਕੇ ਚਲਾਉਣਾ ਹੈ। BIFR decided to restructure some units while recommended the closing down of some। ਕਈ ਯੂਨਿਟਸ ਉਹ ਕਹਿੰਦੀ ਹੈ ਵੀ ਚਲੋ ਆਪਾਂ ਰੀਸਟਰਕਚਰ ਕਰਦੇ ਦੁਬਾਰਾ ਇਸ ਨੂੰ ਸਟਾਰਟ ਕਰਦੇ ਹਾਂ, ਕਈ ਯੂਨਿਟਸ ਉਹ ਕਹਿੰਦੇ ਨੇ ਕਿ ਇਸ ਨੂੰ ਆਪਾਂ ਕਲੋਜ਼ ਡਾਊਨ ਕਰ ਦਿੰਦੇ ਹਾਂ। ਦੇਰ ਵਾਜ਼ ਅ ਲਾਰਜ ਸਕੇਲ ਰਿਸੈਂਟਮੈਂਟ
among workers and employees of those units which were to be closed। मतलब कि बहुत सारे वर्कर्स ਜਿਹੜੇ ਬੰਦ ਹੋ ਜਾਂਦੀ ਇੰਡਸਟਰੀਜ਼, ਬਹੁਤ ਸਾਰੇ ਅਨਐਮਪਲੋਇਮੈਂਟ ਆ ਜਾਂਦੀ ਹੈ, ਤਾਂ ਉਹਨਾਂ ਨੂੰ ਰਿਸੈਂਟਮੈਂਟ ਹੁੰਦੀ। ਰਿਸੈਂਟਮੈਂਟ ਮਤਲਬ ਕੀ ਹੁੰਦਾ, ਇਨਸਿਕਿਉਰਿਟੀ ਟਾਈਪਸ ਹੁੰਦੀ ਹੈ, ਅਨਸੈਟਿਸਫਾਈਡ ਹੁੰਦੇ ਨੇ ਉਹ। ਦ ਗਵਰਨਮੈਂਟ ਸੈਟ ਅਪ ਅ ਨੈਸ਼ਨਲ ਰੈਨੂਅਲ ਫੰਡ ਟੂ ਰੀਹੈਬਿਲੇਟ ਐਂਡ ਕੰਪਨਸੇਟ ਦ ਵਰਕਰਸ ਐਂਡ ਅਦਰ ਇੰਪਲਾਈਜ਼ ਬਾਈ ਆਫਰਿੰਗ ਵੋਲੰਟਰੀ ਰਿਟਾਇਰਮੈਂਟ ਸਕੀਮ। ਫਿਰ ਇਹਨਾਂ ਨੂੰ ਨੈਸ਼ਨਲ ਰੈਨੂਅਲ ਫੰਡ ਤੋਂ ਇਹ ਸਕੀਮ ਚਲਾਉਂਦੀ ਹੈ ਗਵਰਨਮੈਂਟ, ਜਿਹੜੇ ਇਹ ਵਰਕਰਸ ਹਟੇ ਹੋਏ ਹੁੰਦੇ ਨੇ ਇਹਨਾਂ ਨੂੰ ਰਿਟਾਇਰਮੈਂਟ ਅੱਗੇ ਬੈਨੀਫਿਟਸ ਇਹ ਪ੍ਰੋਵਾਈਡ, ਰਿਟੈਂਚਮੈਂਟ ਬੈਨੀਫਿਟਸ ਇਹਨਾਂ ਨੂੰ ਪ੍ਰੋਵਾਈਡ ਕਰਦੀ ਹੈ workers ਨੂੰ government। There are number of sick units which cannot be revived and the government has to pump more money to keep them running। ਜਿਹੜੀਆਂ ਬਹੁਤ ਸਾਰੀਆਂ ਯੂਨਿਟਸ ਹੁੰਦੀਆਂ ਨੇ ਜਿਹੜੀਆਂ ਗਵਰਨਮੈਂਟ ਕੀ ਇਹ ਚਲਾ ਨਹੀਂ ਪਾਉਂਦੀ, ਤਾਂ ਗਵਰਨਮੈਂਟ ਨੂੰ ਇਹ 'ਤੇ ਹੋਰ ਪੈਸਾ ਲਗਾਉਣਾ ਪੈਂਦਾ ਇਹਨਾਂ ਨੂੰ ਚਲਾਉਣ ਲਈ। ਇਟ ਵਾਸ ਦ ਰੀਜ਼ਨ ਫॉर ਦ ਗਵਰਨਮੈਂਟ ਟੂ ਡਿਸਾਈਡ ਅਬਾਊਟ ਦ ਕਲੋਜ਼ਿੰਗ ਆਫ ਸਮ ਯੂਨਿਟਸ ਆਫਟਰ ਪ੍ਰੋਵਾਈਡਿੰਗ ਸੇਫਟੀ ਟੂ ਵਰਕਰਸ ਐਂਡ ਇੰਪਲਾਈਜ਼। ਜਦੋਂ ਉਹਨਾਂ ਨੇ ਵਰਕਰਸ ਅਤੇ ਇੰਪਲਾਈਜ਼ ਨੂੰ ਸੇਫਟੀ ਪ੍ਰੋਵਾਈਡ ਕਰ ਦਿੱਤਾ, ਇਹ ਬੈਟਰ ਸਮਝਦੇ ਨੇ ਕਿ ਅਸੀਂ ਇਸ ਐਂਟਰਪ੍ਰਾਈਜ਼ ਨੂੰ ਬੰਦ ਹੀ ਕਰ ਦਿੰਦੇ ਹਾਂ। ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU। Under Memorandum of Understanding, public sector units were given operational autonomy but were made accountable for performance। Public sector ਨੂੰ ਆਪਰੇਸ਼ਨ ਕਰਨ ਲਈ ਪੂਰੀ ਆਜ਼ਾਦੀ ਹੁੰਦੀ ਹੈ ਕਿ ਤੁਸੀਂ ਕਿਸੇ ਤਰ੍ਹਾਂ ਵੀ ਆਪਰੇਸ਼ਨ ਕਰ ਸਕਦੇ ਹੋ, ਕਿਸੇ ਤਰ੍ਹਾਂ ਵੀ ਤੁਸੀਂ ਕੰਪਨੀ ਨੂੰ ਚਲਾ ਸਕਦੇ ਹੋ, ਬਟ ਜਿਹੜੀ ਤੁਸੀਂ ਅਕਾਊਂਟਸ ਦੇਣੇ, ਜਿਵੇਂ ਬੈਲੈਂਸ ਸ਼ੀਟਸ ਹੋ ਗਈਆਂ, ਠੀਕ ਹੈ, ਪ੍ਰੋਫਿਟ ਐਂਡ ਲਾਸ ਸਟੇਟਮੈਂਟਸ ਹੋ ਗਈਆਂ, ਸਾਰਾ ਤੁਸੀਂ ਅਕਾਊਂਟੇਬਲ ਹੁੰਦੇ ਗਵਰਨਮੈਂਟ ਨੂੰ। ਦ MOUs ਆਰ ਬਿਟਵੀਨ ਕੰਸਰਨਡ ਮਿਨਿਸਟਰੀਜ਼ ਐਂਡ ਦ PSUs। ਠੀਕ ਹੈ, ਜਿਹੜੀਆਂ ਮਿਨਿਸਟਰੀਜ਼ ਇਹਦੇ ਨਾਲ ਕੰਸਰਨਡ ਹੁੰਦੀਆਂ ਨੇ ਉਹਨਾਂ ਦੇ ਬਿਟਵੀਨ, ਤੇ ਪਬਲਿਕ ਯੂਨਿਟ ਦੇ ਵਿੱਚ ਬਿਟਵੀਨ। ਦਿਸ ਪਰਪਸ ਵਾਸ ਟੂ ਅਵੋਇਡ ਇੰਟਰਫੇਰੈਂਸ ਆਫ ਮਿਨਿਸਟਰਸ ਇਨ ਡੇ ਟੂ ਡੇ ਆਪਰੇਸ਼ਨਸ ਆਫ ਦ ਯੂਨਿਟਸ। ਹੁਣ ਡੇਲੀ ਆਪਾਂ ਨੂੰ ਕਿੰਨੀ ਮਤਲਬ ਡਿਸੀਜ਼ਨਸ ਲੈਣ ਦੀ ਜ਼ਰੂਰਤ ਹੁੰਦੀ ਹੈ, ਤਾਂ ਇਹਨਾਂ ਦਾ ਵਰਕ ਘੱਟ ਹੁੰਦਾ ਹੈ। ਦ PSUs ਵਰ ਗਿਵਨ ਕਲੀਅਰ ਟਾਰਗੇਟਸ ਟੂ ਬੀ ਅਚੀਵਡ ਐਂਡ ਸ਼ੋ ਪ੍ਰੋਪਰ ਰਿਜ਼ਲਟਸ। ਉਹਨਾਂ ਨੂੰ ਇੱਕ ਟਾਰਗੇਟ ਮਿਲ ਜਾਂਦਾ ਕਿ ਤੁਸੀਂ ਇਹ ਟਾਰਗੇਟ ਨੇ ਤੁਸੀਂ ਕਰਨੇ ਹੈ ਫੁੱਲਫਿਲ, ਅਤੇ ਉਹ ਆਪਣਾ ਫਿਰ ਪ੍ਰੋਪਰ ਰਿਜ਼ਲਟ ਸ਼ੋ ਕਰਦੀਆਂ ਨੇ। ਨੈਕਸਟ ਆਪਣਾ ਟੌਪਿਕ ਹੈ ਮਲਟੀਨੈਸ਼ਨਲ ਕੰਪਨੀਜ਼ ਗਲੋਬਲ ਐਂਟਰਪ੍ਰਾਈਜ਼ਸ। ਮਲਟੀਨੈਸ਼ਨਲ ਕੰਪਨੀਜ਼ ਕੀ ਹੁੰਦੀਆਂ ਨੇ? Multinational companies or global companies is a company which has operation in one or more than one country। ਹੁਣ ਸਪੋਜ਼ ਮਲਟੀਨੈਸ਼ਨਲ ਕੰਪਨੀ ਮੇਰੀ ਕੰਪਨੀਜ਼ ਹੈ, ਮਲਟੀਨੈਸ਼ਨਲ ਕੰਪਨੀ ਹੈ ਮੇਰੀ ਇੰਡੀਆ ਦੇ ਵਿੱਚ ਵੀ ਹੈ, ਮੇਰੀ USA ਦੇ ਵਿੱਚ ਵੀ ਹੈ, ਮੇਰੀ ਚਾਈਨਾ ਦੇ ਵਿੱਚ ਵੀ ਹੈ, ਠੀਕ ਹੈ। ਇਟ ਹੈਜ਼ ਹੈਡਕੁਆਟਰਸ ਪਰ ਮੇਰਾ ਇੱਕ ਕੰਟਰੀ ਦੇ ਵਿੱਚ ਹੀ ਹੁੰਦਾ। ਹੁਣ ਸਪੋਜ਼ ਆਪਾਂ ਕਹਿ ਦਿੰਦੇ ਹਾਂ ਬਹੁਤ ਸੈਂਟਰਸ ਬਣ ਜਾਂਦੇ, ਬਟ ਹੈਡਕੁਆਟਰਸ ਆਪਣੇ ਸੇਮ ਰਹਿੰਦੇ ਆ, ਇੱਕ ਜਗ੍ਹਾ 'ਤੇ ਹੀ ਰਹਿੰਦੇ ਆ। ਤਾਂ ਬਿਜ਼ਨਸ ਆਪਾਂ ਆਪਰੇਟ ਕਰਦੇ ਡਿਫਰੈਂਟ ਕੰਟਰੀਜ਼ ਦੇ ਵਿੱਚ। ਐਂਡ MNCs ਹੈਜ਼ ਇਟਸ ਰਜਿਸਟਰਡ ਆਫਿਸ ਇਨ ਵਨ ਕੰਟਰੀ ਕਾਲਡ ਹੋਮ ਕੰਟਰੀ, ਜਿਹਦੇ ਵਿੱਚ ਇਹਦਾ ਬੇਸਿਕ ਯੂਨਿਟਸ, ਜਿਵੇਂ ਹੁਣ ਮੇਰੀ ਇੰਡੀਆ ਦੀ ਹੈ, ਅਗਰ ਮਤਲਬ ਇੰਡੀਆ ਦੇ ਵਿੱਚੋਂ ਮੈਨੇ ਕੰਪਨੀ ਬਹੁਤ ਜਗ੍ਹਾ 'ਤੇ ਵਿੱਚ ਆਪਣੀ ਲਾਂਚ ਕਰ ਰੱਖੀ ਹੈ, ਬਟ ਮੇਰਾ ਸੈਂਟਰ ਕੀ ਬਣੇਗਾ, ਮੇਨ ਇੰਡੀਆ ਹੀ ਬਣੇਗਾ।